26 जनवरी 2021 आ रही है, गणतंत्र दिवस। गणतंत्र का मतलब की है? भारत की आज़ादी 15 अगस्त 1947 ਨੂੰ ਹੋ ਗਈ ਸੀ, पर गणतंत्र 26 जनवरी 1950 ਤੋਂ ਬਾਅਦ ਆਇਆ। ਜਦੋਂ ਅੰਨ ਉਗਾਉਣ ਵਾਲਾ ਬੰਦਾ ਘਰੇ ਸੁੱਤਾ ਭੁੱਖਾ ਨਾ ਸੌਵੇ, ਮਕਾਨ ਬਣਾਉਣ ਵਾਲਾ ਛੱਤ ਥੱਲੇ ਸੌਵੇ ਤੇ ਕੱਪੜੇ ਬੁਣਨ ਵਾਲਾ ਨੰਗਾ ਨਾ ਸੌਵੇ, ਉਦੋਂ ਮੰਨਾਂਗੇ ਕਿ ਆਜ਼ਾਦੀ ਆ ਗਈ। ਇਹ ਭਗਤ ਸਿੰਘ ਨੇ ਕਿਹਾ ਸੀ। ਤੇ ਮਨੁੱਖੀ ਅਧਿਕਾਰਾਂ ਦੇ ਲਈ ਜੋ ਕੁਰਬਾਨੀਆਂ, ਜੋ ਲਾਸਾਨੀ ਸ਼ਹਾਦਤਾਂ ਚਾਰੇ ਸਾਹਿਬਜ਼ਾਦਿਆਂ ਨੇ ਦਿੱਤੀਆਂ, ਚਮਕੌਰ ਦੀ ਕੜੀ ਵਿੱਚ ਚੂਕਾਰ ਅਜਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ व ਸ਼ਮਸ਼ੀਰ ਦਸਤ, ਜਦੋਂ ਸਾਰੇ ਰਾਹ ਮੁੱਕ ਗਏ ਤੇ ਗੁਰੂ ਸਾਹਿਬ ਨੂੰ, ਸਾਹਿਬਜ਼ਾਦਿਆਂ ਨੂੰ, ਸਿੰਘਾਂ ਨੂੰ ਤਲਵਾਰਾਂ ਸੂਤਣੀਆਂ ਪਈਆਂ, ਜਦੋਂ ਸਾਰੇ ਰਾਹ ਮੁੱਕ ਗਏ ਤੇ ਛੋਟੇ ਸਾਹਿਬਜ਼ਾਦਿਆਂ ਨੇ ਨੀਹਾਂ ਵਿੱਚ ਚਣਾਏ ਜਾਣਾ ਮਨਜ਼ੂਰ ਕੀਤਾ ਤੇ ਉਹਦੇ ਵਾਰਿਸ ਅੱਜ 26 ਜਨਵਰੀ ਗਣਤੰਤਰ ਦਿਵਸ ਨੇੜੇ ਆ ਰਿਹਾ, ਕੁਝ ਦਿਨ ਰਹਿ ਗਏ ਨੇ ਤੇ ਉਹਨਾਂ ਦੇ ਵੀ ਜਦੋਂ ਸਾਰੇ ਰਾਹ ਮੁੱਕ ਗਏ ਤੇ ਦਿੱਲੀ ਦੀਆਂ ਸਰਹੱਦਾਂ ਤੇ ਇਸ ਮੀਂਹ ਵਿੱਚ, ਇਹ ਜੋ ਮੀਂਹ ਪੈ ਰਿਹਾ, ਮੌਸਮ ਗੰਦਾ, ਬਾਰਿਸ਼ ਹੋ ਰਹੀ ਆ, ਇਸ ਮੀਂਹ ਵਿੱਚ ਉਹਨਾਂ ਨੂੰ ਬੈਠਣਾ ਪੈ ਰਿਹਾ, ਮਜਬੂਰ ਹੋਣਾ ਪੈ ਰਿਹਾ, ਪਰ ਕੋਈ ਰਾਹ ਹੀ ਨਹੀਂ ਰਿਹਾ। ਤੇ ਇਤਿਹਾਸ ਕਹਿੰਦਾ, ਤਵਾਰੀਖ ਕਹਿੰਦੀ ਆ ਕਿ ਜਦੋਂ ਰਾਹ ਮੁੱਕ ਜਾਣ ਤਾਂ ਆਪਣੇ ਹੱਕ ਲੈਣ ਲਈ ਸੜਕਾਂ ਤੇ ਉਤਰ ਆਉਣਾ ਤੁਹਾਡਾ ਪੈਦਾਇਸ਼ੀ ਹੱਕ ਹੈ। ਸੋ ਅਸੀਂ ਅੱਜ ਸੜਕਾਂ ਤੇ ਉਤਰ ਆਏ ਹਾਂ। ਹੈਰਾਨੀ ਹੁੰਦੀ ਹੈ ਇਹ ਪੜ੍ਹ ਕੇ ਕਿ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਇੱਕ ਵੀ ਪੇਸ਼ੇਵਾਰ ਫੌਜੀ ਨਹੀਂ ਸੀ। ਸਿਰਫ ਇੱਕ ਆਵਾਜ਼ ਸੁਣ ਕੇ ਕਿਸਾਨ, ਮਜ਼ਦੂਰ, ਕਿਰਤੀ ਇਹ ਸਾਰੇ ਉੱਠ ਕੇ ਆ ਕੇ ਪੂਰੇ ਪੰਜਾਬ ਭਰ ਚੋਂ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਰਲੇ ਸੀ ਤੇ ਪੰਜਾਬ ਤੋਂ ਮੁਗਲਾਂ ਦਾ ਨਾਸ਼ ਕੀਤਾ। ਵਜ਼ੀਰ ਖਾਨ ਸਿਰ ਤੋਂ ਲੈ ਕੇ ਲੱਕ ਤੱਕ ਜਦੋਂ ਬਾਜ ਸਿੰਘ ਨੇ ਇੱਕ ਵਾਰ ਨਾਲ ਹੀ ਚੀਰਤਾ ਸੀ, ਉਹ ਵੀ ਤਵਾਰੀਖ ਵਿੱਚ ਦਰਜ ਹੈ ਕਿ ਉਹ ਵਾਰ ਆਵਾਮ ਦੇ ਗੁੱਸੇ ਦਾ ਵਾਰ ਸੀ, ਆਪਣੇ ਹੱਕਾਂ ਦਾ ਵਾਰ ਸੀ। ਇਤਿਹਾਸ ਗਵਾਹ ਹੈ ਕਿ ਬੰਦਾ ਸਿੰਘ ਬਹਾਦਰ ਨੇ ਉਸ ਜਿੱਤ ਤੋਂ ਬਾਅਦ ਕਿਸਾਨਾਂ ਨੂੰ, ਕਿਰਤੀਆਂ ਨੂੰ ਉਹਨਾਂ ਦੇ ਹੱਕ, ਉਹਨਾਂ ਦੀ ਮਾਂ ਜ਼ਮੀਨ ਦੇ ਦਿੱਤੀ ਕਿ ਜੋ ਵਾਹ ਰਿਹਾ ਹੈ ਉਹੀ ਉਸ ਦਾ ਮਾਲਕ ਹੈ, ਉਹੀ ਉਸ ਦਾ ਮਾਲਕ ਰਹੇਗਾ। ਔਰ ਅੱਜ ਤੱਕ ਕਿੰਨੀਆਂ ਪੁਸ਼ਤਾਂ ਆ ਕੇ ਚਲੀਆਂ ਗਈਆਂ ਹੁਕਮਰਾਨਾਂ ਦੀਆਂ, ਲੇਕਿਨ ਕਿਸਾਨ ਆਪਣੀ ਜ਼ਮੀਨ ਵਾਹ ਰਿਹਾ ਹੈ, ਖਾ ਰਿਹਾ ਹੈ। ਪਰ 1947 ਤੋਂ ਬਾਅਦ ਭਾਰਤ ਦੀਆਂ ਸਰਕਾਰਾਂ ਨੇ ਕਦੇ ਵੀ ਨਹੀਂ ਚਾਹਿਆ ਕਿ ਕਿਸਾਨ ਸੁੱਖ ਦੀ ਨੀਂਦ ਸੌ ਸਕੇ, ਉਹਦੇ ਹੱਕ ਉਹਨੂੰ ਕਦੇ ਨਹੀਂ ਦਿੱਤੇ ਗਏ। ਵਪਾਰੀ ਜ਼ਮੀਨ ਤੋਂ ਅਰਸ਼ਾਂ ਤੇ ਪਹੁੰਚ ਗਿਆ, ਪਰ ਕਿਸਾਨ ਨੰਗੀ ਧੜ ਲੈ ਕੇ, ਨੰਗੀ ਦੇਹ ਲੈ ਕੇ ਅੱਜ ਵੀ ਮਿੱਟੀ ਨਾਲ ਮਿੱਟੀ ਹੋ ਰਿਹਾ। ਉਹਦੇ ਹੱਕ ਨਹੀਂ ਤੇ ਵਪਾਰੀਆਂ ਦੇ ਹੱਕ ਨਹੀਂ। ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ, ਹਿੰਦ ਸੀ ਮੰਦਰ ਸਾਡਾ, ਇਸ ਤੇ ਪੁਜਾਰੀ ਹੋ, ਚੱਲਾਂਗੇ ਹੋਰ ਅਜੇ ਕਦ ਤੱਕ ਖੁਆਰੀ ਹੋ, ਮਰਨੇ ਦੀ ਕਰ ਲੈ ਹੁਣ ਛੇਤੀ ਤੂੰ ਤਿਆਰੀ ਹੋ, ਮਰਨੇ ਤੋਂ ਜੀਣਾ ਭੈੜਾ ਹੋ ਕੇ ਬਿਹਾਲ ਹੋਏ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ। ਮੰਨ ਦੀ ਨਾ ਗੱਲ ਸਾਡੀ ਇਹ ਭੈੜੀ ਸਰਕਾਰ ਵੇ, ਅਸੀਂ ਵੀ ਕਿਉਂ ਮੰਨੀਏ ਵੀਰੋ ਇਹਦੀ ਕਾਰ ਹੋਏ, ਹੋ ਕੇ ਇਕੱਠੇ ਵੀਰੋ ਮਾਰੋ ਲਲਕਾਰ ਹੋਏ, ਤਾੜੀ ਦੋ ਹੱਥ ਵੱਜਣੀ ਛੈਣਿਆਂ ਦੇ ਨਾਲ ਹੋਏ, ਪਗੜੀ ਸੰਭਾਲ ਜੱਟਾ। ਫਸਲ ਨੂੰ ਖਾ ਗਏ ਕੀੜੇ, ਤਨ ਤੇ ਨਾ ਦਿਸਦੇ ਲੀੜੇ, ਭੁੱਖਾਂ ਨੇ ਖੂਬ ਨਪੀੜੇ, ਰੋਂਦੇ ਨੇ ਬਾਲ ਹੋਏ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ। ਬਣ ਗਏ ਨੇ ਤੇਰੇ ਲੀਡਰ ਰਾਜੇ ਤੇ ਖਾਨ ਬਹਾਦਰ, ਤੈਨੂੰ ਫਸਾਉਣ ਖਾਤਰ ਵਿਛਾਉਂਦੇ ਪਏ ਜਾਲ ਹੋਏ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ। 1947 ਤੋਂ ਬਾਅਦ ਦੀ ਗੱਲ ਨੂੰ ਲੈ ਕੇ ਰੋ ਰਹੇ ਹਾਂ ਅਸੀਂ, ਪਰ 1947 ਤੋਂ ਪਹਿਲਾਂ ਜੋ ਹਾਲ ਸਾਡਾ ਅੰਗਰੇਜ਼ਾਂ ਨੇ ਕੀਤਾ, ਜੋ ਹਾਲ 1930 ਦੇ ਕਾਨੂੰਨਾਂ ਨੇ ਕੀਤਾ, ਉਹ ਯਾਦ ਕਰਕੇ 47 ਤੋਂ ਬਾਅਦ ਦੀ ਆਜ਼ਾਦੀ ਹੋਰ ਵੀ ਨਿਗੂਣੀ ਲੱਗਦੀ ਹੈ। ਅੰਗਰੇਜ਼ ਕਹਿੰਦਾ ਸੀ ਕਿ ਜੋ ਜ਼ਮੀਨ ਵੱਡੇ ਮੁੰਡੇ ਦੇ ਮਰਨ ਤੋਂ ਬਾਅਦ ਛੋਟੇ ਮੁੰਡੇ ਨੂੰ ਨਹੀਂ ਮਿਲਣੀ,
ਉਹ ਸਰਕਾਰ ਦੀ ਹੋ ਜਾਏਗੀ। ਤੇ ਹੁਣ ਉਹੀ ਭਾਰਤੀ ਸਰਕਾਰ, ਗੋਰਿਆਂ ਦੀ ਸਰਕਾਰ ਨਹੀਂ, ਇਹ ਗੋਰਿਆਂ ਦੇ ਹੱਥੋਂ ਕਾਲਿਆਂ ਦੇ ਹੱਥਾਂ 'ਚ ਆਈ ਸਰਕਾਰ ਕਹਿ ਰਹੀ ਆ ਕਿ ਹੁਣ ਉਹ ਜ਼ਮੀਨ ਅੰਬਾਨੀ ਅਡਾਨੀ ਦੀ ਹੋ ਜਾਏਗੀ। ਇਹੀ ਦਿਨ ਲਈ ਅਸੀਂ ਆਜ਼ਾਦੀ ਲਈ ਸੀ। ਅਸੀਂ 1947 ਤੋਂ ਬਾਅਦ ਵਾਲੀ ਆਜ਼ਾਦੀ ਨੂੰ ਰੋ ਰਹੇ ਹਾਂ ਕਿ ਅੱਜ ਦੀ ਸਰਕਾਰ ਸਾਡਾ ਕਿਵੇਂ ਖੂਨ ਪੀ ਰਹੀ ਹੈ। ਪਰ ਜੇ ਅਸੀਂ 1947 ਤੋਂ ਪਹਿਲਾਂ ਜਾਂਦੇ ਹਾਂ ਤੇ ਪਗੜੀ ਸੰਭਾਲ ਜੱਟਾ ਲਹਿਰ ਨੂੰ ਯਾਦ ਕਰਦੇ ਹਾਂ, ਤਾਂ ਉਸ ਵੇਲੇ ਵੀ ਕਿਸਾਨ ਅੰਦੋਲਨ ਨੂੰ ਯਾਦ ਕਰਕੇ ਰੌਂਗਟੇ ਖੜੇ ਹੋ ਜਾਂਦੇ ਨੇ। ਭਗਤ ਸਿੰਘ ਦੇ ਚਾਚੇ ਹੋਰਾਂ ਨੇ, ਲਾਲਾ ਲਾਜਪਤ ਰਾਏ, ਸੈਂਕੜੇ ਪੰਜਾਬੀ ਕਿਸਾਨਾਂ ਨੇ ਪਗੜੀ ਸੰਭਾਲ ਜੱਟਾ ਲਹਿਰ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ। ਅੰਗਰੇਜ਼ਾਂ ਵੱਲੋਂ ਦਿੱਤੇ ਗਏ ਮਾਰੂ ਐਕਟਾਂ ਨੂੰ ਪੂਰਾ ਵਿਰੋਧ ਨਾਲ ਰੋਕਿਆ ਔਰ ਲੜਾਈ ਬਹੁਤ ਲੰਬੀ ਲੜਨੀ ਪਈ। ਕਈ ਮਹੀਨੇ ਚੱਲੀ ਲੰਬੀ ਲੜਾਈ ਤੋਂ ਬਾਅਦ ਅਖੀਰ ਜਿੱਤ ਹੋਈ, ਅੰਗਰੇਜ਼ ਨੂੰ ਝੁਕਣਾ ਪਿਆ। ਅੱਜ ਵੀ ਅਸੀਂ ਉਸੇ ਤਰ੍ਹਾਂ ਦੀ ਲੜਾਈ ਦੇ ਵਿੱਚ ਦੁਬਾਰਾ ਸ਼ਰੀਕ ਹੋ ਰਹੇ ਹਾਂ। ਠੰਡਾ ਮੌਸਮ, ਗਿੱਲੀਆਂ ਸੜਕਾਂ, ਭਿੱਜੀਆਂ ਰਾਤਾਂ, ਨੰਗੇ ਤਾਰੇ, ਬਹੁਤ ਮੁਸ਼ਕਿਲ ਹੋ ਰਿਹਾ ਪਰਿਵਾਰਾਂ ਨੂੰ ਪਿੱਛੋਂ। ਪਰ ਜੁੱਸਾ, ਜੋਸ਼, ਜਵਾਨੀ, ਬਜ਼ੁਰਗੀ, ਸਪਿਰਿਟ, ਚੜ੍ਹਦੀ ਕਲਾ, ਇਹ ਚੀਜ਼ਾਂ ਨੇ ਜੋ ਅੱਜ ਵੀ 1947 ਤੋਂ 70 ਸਾਲ ਬਾਅਦ ਵੀ ਸਾਨੂੰ ਆਪਣੇ ਹੱਕਾਂ ਲਈ ਲੜਾਈ ਫੇਰ ਲੜਨੀ ਪੈ ਰਹੀ ਹੈ। ਸੜਕਾਂ ਤੇ ਫੇਰ ਉਤਰਨਾ ਪੈ ਰਿਹਾ ਹੈ ਔਰ ਇਸ ਜ਼ਾਬਤੇ ਨਾਲ ਉਤਰਨਾ ਪੈ ਰਿਹਾ ਹੈ ਕਿ ਇਹ ਲੜਾਈ ਛੋਟੀ ਨਹੀਂ ਚੱਲਣੀ। ਇਹਦੇ ਲਈ ਕਈ ਮਹੀਨੇ ਵੀ ਸਾਨੂੰ ਸੜਕਾਂ ਤੇ ਨੀਲੇ ਅਸਮਾਨ ਦੇ ਥੱਲੇ ਤਾਰਿਆਂ ਦੀ ਛਾਵੇਂ ਗੁਜ਼ਾਰਨੇ ਪੈ ਸਕਦੇ ਨੇ। ਔਰ ਕਿਸਾਨ ਦ੍ਰਿੜ ਹੋਇਆ ਬੈਠਾ, ਕਿਰਤੀ ਦ੍ਰਿੜ ਹੋਇਆ ਬੈਠਾ। ਅੱਜ ਕੋਈ ਸਾਨੂੰ ਰੋਕ ਨਹੀਂ ਰਿਹਾ, ਹਰ ਕੋਈ ਸਾਡੇ ਨਾਲ ਹੈ। ਸਿਰਫ ਤੇ ਸਿਰਫ ਕੇਂਦਰ ਸਰਕਾਰ ਬੇਹਾਲ ਹੈ। ਸਿੰਘੂ ਬਾਰਡਰ ਦਾ ਕਿਸਾਨ ਮੋਰਚਾ ਦੁਨੀਆ ਦੇ ਹੁਣ ਤੱਕ ਦੇ ਹੋਏ ਸਭ ਤੋਂ ਵੱਡੇ ਅੰਦੋਲਨਾਂ ਤੋਂ ਬਹੁਤ ਵਿਲੱਖਣ ਹੈ। ਮਹਾਤਮਾ ਗਾਂਧੀ ਦੇ ਜਿੰਨੇ ਵੀ ਮੋਰਚੇ ਨੇ, ਬੋਲਸ਼ਵਿਕ ਸੰਘਰਸ਼ ਜੋ ਕਾਮਰੇਡਾਂ ਦਾ ਸੰਘਰਸ਼ ਸੀ, ਜਿਹਨੇ ਪੂਰੇ ਦਾ ਪੂਰਾ ਰਸ਼ੀਆ ਬਦਲ ਕੇ ਰੱਖ ਦਿੱਤਾ, ਨੈਲਸਨ ਮੰਡੇਲਾ ਦਾ ਮੋਰਚਾ, ਕਿਸੇ ਵੀ ਮੋਰਚੇ ਨਾਲ ਅਸੀਂ ਇਹਦੀ ਤੁਲਨਾ ਨਹੀਂ ਕਰ ਸਕਦੇ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਵਿਲੱਖਣ ਹੈ। ਇਹ ਸ਼ਾਂਤੀ ਦਾ ਐਡਾ ਵੱਡਾ ਵਿਲੱਖਣ ਰੂਪ ਲੈ ਗਿਆ, ਜਿਸ ਦੀ ਸ਼ਾਂਤੀ ਤੇ ਸਬਰ ਨੂੰ ਦੇਖ ਕੇ ਸਾਡੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਯਾਦ ਆਉਂਦੀ। ਤਖਤੀਆਂ ਤਵੀਆਂ ਤੇ ਬੈਠੇ ਸ਼ਹਾਦਤਾਂ ਦੇ ਗਏ, ਪਰ ਕੀ ਨਹੀਂ ਕੀਤਾ। ਇਹ ਅੰਦੋਲਨ ਉਹਨਾਂ ਦੇ ਆਸ਼ੀਰਵਾਦ ਨਾਲ ਚੱਲ ਰਿਹਾ। ਚਾਂਦਨੀ ਚੌਂਕ ਦੇ ਵਿੱਚ 9ਵੇਂ ਪਾਤਸ਼ਾਹ ਨੇ ਸਿਲਕ ਜੰਜੂ ਦੀ ਰਾਖੀ ਲਈ ਆਪਣਾ ਸੀਸ ਦੇ ਦਿੱਤਾ, ਫਿਰਨ ਨਹੀਂ ਹਾਰਿਆ, ਝੁਕਾਇਆ ਨਹੀਂ। ਇਹ ਮੋਰਚਾ ਉਹਨਾਂ ਦੇ ਆਸ਼ੀਰਵਾਦ ਨਾਲ ਚੱਲ ਰਿਹਾ। ਜੰਜੂ ਦੀ ਰਾਖੀ ਕੀਤੀ, ਔਰੰਗਜ਼ੇਬ ਨੂੰ ਹਰਾਇਆ, ਜ਼ਫਰਨਾਮਾ ਲਿਖਿਆ। ਅੱਜ ਗੁਰੂ ਦੇ ਸਿੰਘ ਜ਼ਫਰਨਾਮਾ ਆਪਣੇ ਜੈਕਾਰਿਆਂ ਵਿੱਚ ਲਿਖ ਕੇ ਦੇ ਰਹੇ ਨੇ ਕਿ ਈਨ ਨਹੀਂ ਮੰਨਣੀ, ਹਾਂ ਜਾਂ ਨਾ। ਔਰ ਕੇਂਦਰ ਸਰਕਾਰ ਅੱਕੀ ਪਈ ਆ, ਡਰੀ ਪਈ ਆ, ਦਬੀ ਪਈ ਆ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਸਾਨਾਂ ਵਿੱਚ ਸ਼ਕਤੀ ਕਿੱਥੋਂ ਆ ਰਹੀ ਹੈ। ਸ਼ਕਤੀ ਉਸ ਅਕਾਲ ਪੁਰਖ ਦੀ ਹੈ ਜੋ ਮਿੱਟੀ ਨਾਲ ਮਿੱਟੀ ਹੋਏ ਕਿਸਾਨਾਂ ਦੇ ਨਾਲ ਖੜੇ ਨੇ। ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਔਰ ਇਹ ਦੁਨੀਆ ਦਾ ਆਪਣੇ ਆਪ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਵਿਲੱਖਣ ਅੰਦੋਲਨ ਹੋ ਨਿਬੜਿਆ ਤੇ ਜਿੱਤ ਦੇ ਬਹੁਤ ਨੇੜੇ ਪਹੁੰਚ ਚੁੱਕਿਆ। ਕਿਸਾਨੀ ਅੰਦੋਲਨ ਦਾ ਹਰ ਕਦਮ ਜਿੱਤ ਵੱਲ ਵਧ ਰਿਹਾ। ਕੁਰਬਾਨੀਆਂ ਦਿੱਤੀਆਂ ਜਾ ਰਹੀਆਂ ਨੇ। ਹੁਣ ਤੱਕ 40 ਸਿੰਘ ਸ਼ਹੀਦ ਹੋ ਚੁੱਕੇ ਨੇ, 40 ਤੋਂ ਵੱਧ ਵੀ। ਰੋਜ਼ ਸ਼ਹਾਦਤਾਂ ਦਾ ਜਾਮ ਪੀ ਕੇ ਕਿਸਾਨ ਪਰਮਾਤਮਾ ਦੇ ਅਕਾਲ ਪੁਰਖ ਦੇ ਚਰਨੀ ਲੱਗ ਰਿਹਾ ਤੇ ਲੜਾਈ ਨੂੰ ਹੋਰ ਮਜ਼ਬੂਤ ਕਰ ਰਿਹਾ। ਪਰ ਸਾਡੀ ਕੇਂਦਰ ਸਰਕਾਰ ਦੇ ਲਈ ਸ਼ਰਮ ਦੀ ਗੱਲ, ਇੱਕ ਰੱਤੀ ਭਰ ਵੀ ਸ਼ਰਮ ਦੀ ਗੱਲ ਨਹੀਂ ਹੈਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੌਰਵ ਗਾਂਗਲੀ ਦਾ ਹਾਲ ਤਾਂ ਪੁੱਛ ਰਿਹਾ ਕਿ ਸੌਰਵ ਗਾਂਗਲੀ ਬੰਗਾਲੀ ਮਿੱਤਰ ਤੇਰਾ ਹਾਲ ਕੀ ਹੈ। ਪਰ ਉਹਨੂੰ ਆਪਣੇ ਘਰ ਦੇ ਬਾਹਰ ਠੰਡ ਵਿੱਚ ਬੈਠੇ ਕਿਸਾਨਾਂ ਦੇ ਹਾਲ ਬਾਰੇ ਭੋਰਾ ਫਿਕਰ ਨਹੀਂ।
पर ਇਹ ਸ਼ਹਾਦਤਾਂ ਰੰਗ ਲਿਆਉਣਗੀਆਂ। ਜੇ ਦਲਜੀਤ ਵਰਗਾ ਮੁੰਡਾ, ਦਲਜੀਤ ਦੋਸਾਂਝ ਵਰਗਾ ਮੁੰਡਾ ਕਿਸਾਨਾਂ ਦੇ ਹੱਕ ਵਿੱਚ ਥੋੜਾ ਜਿਹਾ ਰੌਲਾ ਪਾਉਂਦਾ ਤੇ ਉਹਦੇ ਪਿੱਛੇ ਇਨਕਮ ਟੈਕਸ ਦੀਆਂ ਰੇਡਾਂ ਪੈ ਰਹੀਆਂ ਨੇ, ਤੇ ਇਹਦਾ ਮਤਲਬ ਸਾਫ਼ ਹੈ ਕਿ ਸਰਕਾਰ ਡਰ ਗਈ ਹੈ। ਸਰਕਾਰ ਡਰ ਗਈ ਹੈ। ਨਰਿੰਦਰ ਤੋਮਰ ਦੀ 7ਵੀਂ ਮੁਲਾਕਾਤ ਤੋਂ ਪਹਿਲਾਂ ਦੀ ਪ੍ਰੈਸ ਕਾਨਫਰੰਸ ਸਾਫ਼ ਦੱਸ ਰਹੀ ਹੈ ਕਿ ਸਰਕਾਰ ਡਰ ਗਈ ਹੈ। ਹਰਜੀਤ ਗਰੇਵਾਲ ਦੀ ਕਾਵਾਂ ਰੌਲੀ, ਬਨੇਰੇ ਤੇ ਬੈਠੇ ਭਿੱਜੇ ਹੋਏ ਕਾਂ ਵਾਂਗੂ ਕਾਂ ਕਾਂ ਕਰਨਾ ਸਾਫ਼ ਦੱਸ ਰਹੀ ਹੈ ਕਿ ਸਰਕਾਰ ਡਰ ਗਈ ਹੈ। ਔਰ ਜੋ UN ਸੈਕਟਰੀ ਜਨਰਲ ਦਾ ਬਿਆਨ ਆ ਰਿਹਾ, ਜੋ ਵਿਦੇਸ਼ਾਂ ਦੇ ਵੱਡੇ ਵੱਡੇ ਨੇਤਾਵਾਂ ਦੇ ਸਾਡੀ ਕਿਸਾਨੀ ਦੀ ਸਪੋਰਟ ਵਿੱਚ ਬਿਆਨ ਆ ਰਹੇ ਨੇ, ਸਾਫ਼ ਪਤਾ ਲੱਗ ਰਿਹਾ ਕਿ ਸਰਕਾਰ ਦਬਾਅ ਦੇ ਹੇਠਾਂ, ਤੇ ਇਹ ਦਬਾਅ ਸਾਨੂੰ ਹਮੇਸ਼ਾ ਬਣਾਈ ਰੱਖਣਾ ਪੈਣਾ, ਕਿਉਂਕਿ ਅਸੀਂ ਆਪਣੇ ਹੱਕ ਲੈਣੇ ਜਾਣਦੇ ਹਾਂ। ਇਸੇ ਕਰਕੇ ਸ਼ਾਂਤੀ ਦੇ ਰਾਹ ਦੇ ਉੱਤੇ ਨਿਰਵਿਘਨ ਤੁਰੇ ਜਾ ਰਹੇ। ਪਰ ਇਸ ਵੇਲੇ ਜੋ ਸਮਾਂ ਆ ਗਿਆ ਜਿੱਥੋਂ ਇਹ ਪ੍ਰੋਗਰਾਮ ਦਾ ਮੈਂ ਆਗਾਜ਼ ਕੀਤਾ ਸੀ, ਗਣਤੰਤਰ ਦਿਵਸ ਦਾ, ਗਣਤੰਤਰ ਦਿਵਸ ਦੇ ਦਿਨ ਨੇੜੇ ਆ ਗਏ ਨੇ 26 ਜਨਵਰੀ ਦੇ, ਤੇ ਉਹਦੇ ਵਿੱਚ ਬਤੌਰ ਮੁੱਖ ਮਹਿਮਾਨ ਕੌਣ ਆ ਰਿਹਾ? ਬੋਰਿਸ ਜੌਨਸਨ, ਬਰਤਾਨੀਆ ਦਾ ਪ੍ਰਧਾਨ ਮੰਤਰੀ, ਜਿਸ ਨੇ ਹੁਣ ਤੱਕ ਇਸ ਧਰਤੀ ਤੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਕਾਂਡ ਬਾਰੇ ਇੱਕ ਵੀ ਗੱਲ ਨਹੀਂ ਕਹੀ। ਹਾਲਾਂਕਿ ਉਹਦੇ ਮੈਂਬਰ ਪਾਰਲੀਮੈਂਟਾਂ ਨੇ ਬਹੁਤ ਕੁਝ ਬੋਲ ਦਿੱਤਾ, ਉਹਨੂੰ ਮੈਮੋਰੈਂਡਮ ਵੀ ਦੇ ਦਿੱਤਾ, ਪਰ ਉਹਨੇ ਇੱਕ ਵਾਰ ਵੀ ਨਹੀਂ ਬੋਲਿਆ। ਤੇ ਉਹ 26 ਜਨਵਰੀ ਨੂੰ ਵਿਸ਼ੇਸ਼ ਮਹਿਮਾਨ ਬਣ ਕੇ ਆ ਰਿਹਾ। ਉਹ ਅੰਗਰੇਜ਼ ਦਾ ਪੁੱਤ ਜਿਸ ਨੇ 200 ਸਾਲ ਇਸ ਭਾਰਤ ਦੀ ਧਰਤੀ ਤੇ ਰਾਜ ਕੀਤਾ, ਉਹ ਅੰਗਰੇਜ਼ ਦਾ ਪੁੱਤ ਇਸ ਗਣਤੰਤਰ ਦਾ ਮਹਿਮਾਨ ਬਣ ਕੇ ਆ ਰਿਹਾ, ਜਿਸ ਆਜ਼ਾਦੀ ਨੂੰ ਖੋਣ ਤੋਂ ਬਾਅਦ ਅਸੀਂ ਗਣਤੰਤਰ ਲਾਗੂ ਕੀਤਾ ਸੀ, ਔਰ ਉਸ ਗਣਤੰਤਰ ਦੇ ਉੱਪਰ ਤਿਰੰਗਾ ਫਹਿਰਾਏ ਜਾਣ ਦੀ ਰਸਮ ਨੂੰ ਉਹ ਪਹਿਰਾ ਦੇਣ ਲਈ ਆ ਰਿਹਾ। ਲੱਖ ਆਵੇ, ਪਰ ਸਾਨੂੰ ਉਹਦਾ ਵਿਰੋਧ ਕਰਨਾ ਚਾਹੀਦਾ, ਕਿਉਂਕਿ ਇਹ ਜੇ ਮਾਰੂ ਐਕਟ ਨੇ ਜਿਹੜੇ, ਇਹ ਅੰਗਰੇਜ਼ ਸਰਕਾਰ ਹੀ ਆਪਣੇ ਕਾਲੇ ਅੰਗਰੇਜ਼ਾਂ ਦੇ ਹੱਥਾਂ ਵਿੱਚ ਦੇ ਕੇ ਗਈ ਆ, ਜੋ ਅਸੀਂ ਭੋਗ ਰਹੇ ਹਾਂ। ਸਾਨੂੰ ਬੋਰਿਸ ਜੌਨਸਨ ਦੇ ਆਉਣ ਦਾ ਟਵਿੱਟਰ ਦੇ ਵਿੱਚ, ਸਾਡੇ ਸੋਸ਼ਲ ਮੀਡੀਆ ਵਿੱਚ, ਸਾਡੀ ਜ਼ੁਬਾਨ ਵਿੱਚ ਕਿਸਾਨ ਅੰਦੋਲਨ ਦੀ ਮੰਚ ਤੋਂ ਵਿਰੋਧ ਕਰਨਾ ਚਾਹੀਦਾ, ਕਿਉਂਕਿ ਇੱਕ ਵਿਦੇਸ਼ੀ ਨੇਤਾ ਨੂੰ ਨਰਿੰਦਰ ਮੋਦੀ ਦੇ ਨਾਲ ਜਦੋਂ ਵਿਰੋਧ ਚੱਲਣਾ ਪਵੇਗਾ ਕਿਸਾਨਾਂ ਦਾ, ਤਾਂ ਇਹ ਕਿਸਾਨ ਦੀ ਆਵਾਜ਼ ਜੋ ਇਸ ਵੇਲੇ ਭਾਵੇਂ ਅੰਤਰਰਾਸ਼ਟਰੀ ਮੰਚ ਦੇ ਉੱਪਰ ਪਹੁੰਚ ਚੁੱਕੀ ਹੈ, ਪਰ ਉਹਦਾ ਦਬਾਅ ਕੁਝ ਹੋਰ ਵੱਡਾ ਹੋਵੇਗਾ। ਔਰ ਇਹ ਦਬਾਅ ਦੇ ਹੇਠ ਨਰਿੰਦਰ ਮੋਦੀ ਪਹਿਲਾਂ ਆ ਚੁੱਕਿਆ, ਲੇਕਿਨ ਉਸ ਨੂੰ ਇਹ ਐਕਟ ਵਾਪਸ ਲੈਣੇ ਪੈਣਗੇ। ਅੱਜ ਨਹੀਂ ਤਾਂ ਕੱਲ ਨਹੀਂ ਤਾਂ ਪਰਸੋਂ। ਸਾਡਾ ਜੇਰਾ ਜਿੰਨਾ ਉਹਨੇ, ਸਾਡਾ ਪ੍ਰੀਖਿਆ ਜਿੰਨੀ ਉਹ ਲੈਣੀ ਚਾਹੁੰਦਾ ਲੈ ਸਕਦਾ, ਪਰ ਅੰਤ ਵਿੱਚ ਲੜਾਈ ਸੱਚ ਹੀ ਜਿੱਤਦਾ। ਰਮਾਇਣ ਬੜਾ ਵੱਡਾ ਗ੍ਰੰਥ ਹੈ, ਬੜਾ ਪਵਿੱਤਰ ਗ੍ਰੰਥ ਹੈ। ਰਾਵਣ ਨੇ ਮਨਾਹੀਆਂ ਕੀਤੀਆਂ, ਪਰ ਅਖੀਰ ਵਿੱਚ ਰਾਮਚੰਦਰ ਹੀ ਜਿੱਤੇ। ਰਾਵਣ ਨੂੰ ਮਰਨਾ ਹੀ ਪੈਂਦਾ, ਕਿਉਂਕਿ ਰਾਵਣ ਇਨਸਾਨ ਦਾ ਨਹੀਂ, ਹੰਕਾਰ ਦਾ ਨਾਮ ਹੈ। ਹੰਕਾਰ ਨੂੰ ਖਤਮ ਹੋਣਾ ਪਵੇਗਾ ਤੇ ਕਿਸਾਨ ਆਪਣੇ ਹੱਕ ਲੈ ਕੇ ਆਪੋ ਆਪਣੇ ਘਰ ਪਰਤਣਗੇ, ਔਰ ਛੇਤੀ ਪਰਤਣਗੇ। ਇਹ ਸਾਡਾ ਪੂਰੀ ਦੁਨੀਆ ਵਿੱਚ ਵਸਦੇ ਕਿਸਾਨ ਪਰਿਵਾਰਾਂ ਦਾ, ਕਿਰਤੀ ਪਰਿਵਾਰਾਂ ਦਾ, ਤੇ ਉਹਨਾਂ ਦੇ ਨਾਲ ਪਿਆਰ ਕਰਨ ਵਾਲੇ ਪਰਿਵਾਰਾਂ ਦਾ, ਇਨਸਾਨਾਂ ਦਾ ਵਿਸ਼ਵਾਸ ਹੈ। ਮੇਰਾ ਵੀ ਇਹੀ ਵਿਸ਼ਵਾਸ ਹੈ। ਤੁਸੀਂ ਸੱਚ ਜਾਣਿਓ, ਲੱਗੇ ਰਹੋ। ਕਿਸਾਨ ਏਕਤਾ, ਕਿਰਤੀ ਏਕਤਾ, ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ।